ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ। ਅੱਜ ਆਪਾਂ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚੋਂ ਡਾਕਟਰ ਬਲਵੀਰ ਸਿੰਘ ਜੀ ਦਾ ਲਿਖਿਆ ਹੋਇਆ ਲੇਖ ਜਿਸ ਦਾ ਨਾਂ ਹੈ ਪ੍ਰਾਰਥਨਾ ਬਾਰੇ ਪੜ੍ਹਾਂਗੇ। ਪਹਿਲਾਂ ਅਸੀਂ ਡਾਕਟਰ ਬਲਵੀਰ ਸਿੰਘ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਡਾਕਟਰ ਬਲਵੀਰ ਸਿੰਘ ਦਾ ਜਨਮ 10 ਦਸੰਬਰ 1896 ਨੂੰ ਪਿਤਾ ਸਰਦਾਰ ਚਰਨ ਸਿੰਘ ਅਤੇ ਮਾਤਾ ਸਰਦਾਰਨੀ ਉੱਤਮ ਕੌਰ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ। ਆਪ ਨੂੰ ਬਚਪਨ ਤੋਂ ਹੀ ਸਾਹਿਤ ਅਤੇ ਗਿਆਨ ਪ੍ਰਾਪਤ ਕਰਨ ਦੀ ਲਗਨ ਸੀ। ਆਪ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਰਹੇ ਅਤੇ ਕੁਝ ਸਮਾਂ ਕੈਂਬਰਿਜ ਪ੍ਰੈਪਰੇਟਰੀ ਸਕੂਲ ਦੇਹਰਾਦੂਨ ਵਿਖੇ ਪ੍ਰਿੰਸੀਪਲ ਰਹੇ। ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਲੇਖਕਾਂ ਵਿੱਚ ਆਪ ਦਾ ਨਾਮ ਵਿਸ਼ੇਸ਼ ਥਾਂ ਰੱਖਦਾ ਹੈ। ਆਪ ਜੀ ਦੀਆਂ ਪ੍ਰਸਿੱਧ ਪੁਸਤਕਾਂ ਲੰਮੀ ਨਦਰ, ਕਲਮ ਦੀ ਕਰਾਮਾਤ, ਸ਼ੁੱਧ ਸਰੂਪ, ਸੁਰਤੀ ਸ਼ਬਦ ਵਿਚਾਰ, ਨਿਰੁਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਦਿ ਹਨ। ਆਪ ਦੀ ਵਿਦਵਤਾ ਦਾ ਪ੍ਰਮਾਣ ਆਪ ਦੀਆਂ ਲਿਖਤਾਂ ਹਨ। ਲਿਖਤਾਂ ਭਾਵ ਜੋ ਕੁਝ ਉਹਨਾਂ ਨੇ ਲਿਖਿਆ ਹੈ। ਆਪ ਦੀਆਂ ਵਡਮੁੱਲੀਆਂ ਸਾਹਿਤਕ ਸੇਵਾਵਾਂ ਕਰਕੇ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ਡੀ.ਲਿਟ ਦੀ ਉਪਾਧੀ ਨਾਲ ਸਨਮਾਨਿਆ ਅਤੇ ਭਾਸ਼ਾ ਵਿਭਾਗ ਪੰਜਾਬ ਨੇ ਸ਼੍ਰੋਮਣੀ ਪੰਜਾਬ ਸਾਹਿਤਕਾਰ ਪੁਰਸਕਾਰ ਨਾਲ ਨਿਵਾਜਿਆ। ਤਾਂ ਹੁਣ ਅਸੀਂ ਇਹਨਾਂ ਦਾ ਲੇਖ ਪੜ੍ਹਨਾ ਸ਼ੁਰੂ ਕਰਦੇ ਹਾਂ ਜਿਸ ਦਾ ਨਾਂ ਹੈ ਪ੍ਰਾਰਥਨਾ। ਪ੍ਰਾਰਥਨਾ ਕਿ ਅਸੀਂ ਜਦੋਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ। ਬੰਦੇ ਲਈ ਅਰਦਾਸ ਇੱਕ ਜ਼ਰੂਰੀ ਵਸਤੂ ਹੈ। ਕਈ ਮੌਕੇ ਆਉਂਦੇ ਹਨ ਜਦੋਂ ਕਿ ਵੱਡੇ ਰਾਠ ਭਾਵ ਵੱਡੇ ਜੋ ਰਾਜੇ ਸੂਰਮੇ ਮਨੁੱਖ ਲਈ ਵੀ ਕੋਈ ਆਸਰਾ ਨਹੀਂ ਰਹਿ ਜਾਂਦਾ ਸਿਵਾਏ ਇੱਕ ਅਰਦਾਸ ਦੇ। ਕਿ ਕਈ ਵਾਰ ਸਾਡੇ ਕੋਲ ਅਜਿਹਾ ਸਮਾਂ ਆਉਂਦਾ ਕਿ ਸਾਨੂੰ ਹੋਰ ਕੋਈ ਰਾਹ ਨਹੀਂ ਲੱਭਦਾ, ਅਸੀਂ ਸਿਰਫ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਸਭ ਤੋਂ ਸਿਆਣਾ ਆਦਮੀ ਸੁਕਰਾਤ ਗਿਣਿਆ ਜਾਂਦਾ ਹੈ। ਇਹ ਮੌਤ ਤੋਂ ਬੇਪਰਵਾਹ ਸੀ। ਜ਼ਹਿਰ ਦਾ ਪਿਆਲਾ ਇਸ ਨੇ ਸਰਬਤ ਵਾਕਣ ਮਤਲਬ ਸਰਬਤ ਦੀ ਤਰ੍ਹਾਂ ਪੀ ਲਿੱਤਾ ਸੀ। ਐਸਾ ਆਦਮੀ ਵੀ ਅਰਦਾਸ ਦਾ ਕਾਇਲ ਸੀ ਕਿ ਉਹ ਵੀ ਅਰਦਾਸ ਨੂੰ ਮੰਨਦਾ ਸੀ। ਇੱਕ ਥਾਵੇਂ ਉਸਨੇ ਕਿਹਾ ਹੈ, ਉਹ ਪਿਆਰੇ ਪ੍ਰਾਨ ਦੇਵਤਾ ਅਤੇ ਇਸ ਥਾਂ ਦੇ ਹੋਰ ਸਾਰੇ ਦੇਵਤਿਓ, ਮੇਰੀ ਇਹ ਅਰਜ਼ ਕਬੂਲ ਕਰੋ ਕਿ ਮੇਰੇ ਅੰਦਰ ਮੇਰੀ ਰੂਹ ਸੁੰਦਰ ਬਣ ਜਾਵੇ ਅਤੇ ਮੇਰੀਆਂ ਸਾਰੀਆਂ ਬਾਹਰਲੀਆਂ ਵਸਤਾਂ ਇਸ ਅੰਦਰਲੀ ਜੀਵ ਆਤਮਾ ਦੇ ਨਾਲ ਇਕਸੁਰ ਹੋ ਜਾਣ। ਸਿੱਖ ਧਰਮ ਵਿੱਚ ਅਰਦਾਸ ਦੀ ਇੱਕ ਖਾਸ ਅਹਿਮੀਅਤ ਹੈ। ਸਾਰੀਆਂ ਰੀਤਾਂ ਰਸਮਾਂ ਦੀ ਥਾਵੇਂ ਸਿਰਫ ਇੱਕ ਅਰਦਾਸ ਕਾਫੀ ਹੈ। ਸਾਰੇ ਪਰਮਾਰਥਕ ਸਾਧਨਾਂ ਦੀ ਜਗ੍ਹਾ ਇੱਕ ਅਰਦਾਸ ਹੀ ਲੋੜੀਂਦੀ ਵਸਤੂ ਹੈ। ਅਰਦਾਸ ਦੀ ਜ਼ਰੂਰਤ ਹਰ ਸੰਸਾਰਕ ਮੌਕੇ ਉੱਪਰ ਹੈ। ਜਨਮ ਵੇਲੇ, ਮਰਨ ਵੇਲੇ, ਵਿਆਹ ਵੇਲੇ, ਜੰਗ ਵੇਲੇ ਕੋਈ ਵੀ ਅਵਸਰ ਨਹੀਂ ਜੋ ਸਿੱਖ ਲਈ ਬਿਨ ਅਰਦਾਸ ਹੋਵੇ। ਭਾਵ ਸਿੱਖ ਧਰਮ ਦੇ ਵਿੱਚ ਹਰ ਇੱਕ ਮੌਕੇ 'ਤੇ ਅਰਦਾਸ ਕਰਦੇ ਹਨ, ਭਾਵੇਂ ਉਹ ਜਨਮ ਵੇਲੇ ਹੋਵੇ, ਮਰਨ ਵੇਲੇ ਹੋਵੇ, ਵਿਆਹ ਵੇਲੇ ਹੋਵੇ, ਕਿਸੇ ਜੰਗ 'ਤੇ ਜਾਣ ਵੇਲੇ ਹੋਵੇ। ਹਰ ਸਮੇਂ ਹਰ ਮੌਕੇ 'ਤੇ ਅਰਦਾਸ ਕੀਤੀ ਜਾਂਦੀ ਹੈ। ਸੰਨ 1893 ਵਿੱਚ ਖਾਲਸਾ ਟਰੈਕਟ ਭਾਵ ਜੋ ਇੱਕ ਛੋਟੀ ਬੁੱਕ ਬਣਾਉਂਦੇ ਆ, ਬੁੱਕ ਬਣਾਉਣ ਵਾਲੀ ਸੁਸਾਇਟੀ ਦਾ ਮੁੱਢ ਵੱਜਦਾ ਹੈ। ਇਹ ਸ਼੍ਰੀਮਾਨ ਭਾਈ ਸਾਹਿਬ ਵੀਰ ਸਿੰਘ ਜੀ ਦੇ ਪ੍ਰਯਤਨ ਦਾ ਸਿੱਟਾ ਹੈ। ਇਸ ਦਾ ਪਹਿਲਾ ਟਰੈਕਟ ਜੋ ਛਪਿਆ, ਟਰੈਕਟ ਭਾਵ ਇੱਕ ਛੋਟੀ ਜਿਹੀ ਪੁਸਤਕ, ਉਸ ਦਾ ਨਾਮ ਪ੍ਰਾਰਥਨਾ ਹੈ। ਇਸ ਵਿੱਚ ਸਿਰਫ ਅਰਦਾਸ ਦੀ ਜ਼ਰੂਰਤ ਹੀ ਨਹੀਂ ਦਰਸਾਈ ਗਈ, ਪਰੰਤੂ ਸੰਕੇਤਿਕ ਤੌਰ 'ਤੇ ਦੱਸਿਆ ਹੈ ਕਿ ਕਿਸੇ ਵੀ ਕੰਮ ਦਾ ਆਰੰਭ ਅਰਦਾਸ ਤੋਂ ਹੋਣਾ ਚਾਹੀਦਾ ਹੈ। ਖਾਲਸਾ ਟਰੈਕਟ ਸੁਸਾਇਟੀ ਦਾ ਮੁੱਢ ਇਸ ਅਰਦਾਸ ਤੋਂ ਹੀ ਹੁੰਦਾ ਹੈ। ਪੜ੍ਹੇ ਲਿਖੇ ਨੌਜਵਾਨ ਪੁੱਛਦੇ ਹਨ ਕਿ ਅਰਦਾਸ ਸੁਣੀ ਜਾਂਦੀ ਹੈ, ਕੀ ਅਰਦਾਸ ਦਾ ਉੱਤਰ ਮਿਲਦਾ ਹੈ? ਸ਼ਾਇਦ ਮਿਲਦਾ ਹੋਵੇ, ਪਰ ਉੱਤਰ ਦੀ ਜ਼ਰੂਰਤ ਨਹੀਂ। ਅਰਦਾਸ ਫਰਜ਼ ਹੈ, ਉੱਤਰ ਗੈਰ ਜ਼ਰੂਰੀ ਹੈ। ਭਾਵ ਅਸੀਂ ਜਦੋਂ ਅਰਦਾਸ ਕਰਦੇ ਹਾਂ ਤਾਂ ਸਾਨੂੰ ਉਸ ਦਾ ਉੱਤਰ ਮਿਲਣਾ ਜ਼ਰੂਰੀ ਨਹੀਂ। ਸਾਡਾ ਫਰਜ਼ ਬਣਦਾ ਅਸੀਂ ਅਰਦਾਸ ਕਰੀਏ ਅਤੇ ਉਹ ਸਾਡੇ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ। ਆਸਕਰ ਵਾਈਲਡ ਨੇ ਅਰਦਾਸ ਦੇ ਉੱਤਰ ਬਾਰੇ ਲਿਖਿਆ ਸੀ, ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ। ਜੇ ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ, ਉਹ ਖੱਤੋ ਕਿਤਾਬਤ ਦਾ ਸਿਲਸਿਲਾ ਬਣ ਜਾਂਦਾ ਹੈ। ਭਾਵ ਉਹ ਸਾਡੇ ਫਿਰ ਨਿੱਜ ਤੱਕ ਸੀਮਿਤ ਹੋ ਕੇ ਰਹਿ ਜਾਂਦੀ ਹੈ। ਇਸ ਲਿਹਾਜ਼ ਵਿੱਚ ਸਿੱਖ ਦੀ ਅਰਦਾਸ ਬਿਲਕੁਲ ਨਿਰਾਲੀ ਚੀਜ਼ ਹੈ। ਇਹ ਅਰਦਾਸ ਨਿੱਜੀ ਯਾਚਨਾ ਦੀ ਮੰਗ ਕਰਦਿਆਂ ਹੋਇਆਂ ਵੀ ਨਿੱਜ ਦੇ ਪ੍ਰਾਈਵੇਟ ਲੈਵਲ ਤੋਂ ਉੱਪਰ ਉੱਠ ਜਾਂਦੀ ਹੈ, ਕਿਉਂਕਿ ਇਹ ਖਤਮ ਸਰਬੱਤ ਦੇ ਭਲੇ ਦੀ ਮੰਗ ਵਿੱਚ ਹੁੰਦੀ ਹੈ। ਕਿ ਜਦੋਂ ਸਿੱਖ ਧਰਮ ਵਿੱਚ ਅਰਦਾਸ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਸਰਬੱਤ ਦਾ ਭਲਾ ਸਰਬੱਤ ਦਾ ਭਾਵ ਸਾਰੀ ਦੁਨੀਆ ਦਾ, ਸਭ ਦਾ ਭਲੇ ਦੀ ਮੰਗ ਕੀਤੀ ਜਾਂਦੀ ਹੈ।
ਸਿੱਖ ਦੀ ਅਰਦਾਸ ਤਦੇ ਹੀ ਸਫਲ ਹੈ ਜੇ ਉਹ ਆਪਣੀ ਨਿੱਕੀ ਜਿਹੀ ਹਸਤੀ ਦੀਆਂ ਛੋਟੀਆਂ ਜ਼ਰੂਰਤਾਂ ਤੋਂ ਉੱਠ ਕੇ ਸਰਬੱਤ ਦੇ ਭਲੇ ਵਿੱਚ ਲੀਨ ਹੋ ਜਾਵੇ। ਇਹ ਸਰਬੱਤ ਦੀ ਲੀਨਤਾ ਆਪਣੇ ਆਪ ਵਿੱਚ ਫਲ ਸਰੂਪ ਹੈ। ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ। ਚੜ੍ਹਦੀ ਕਲਾ ਦਾ ਸਾਧਨ ਕਿ ਹਮੇਸ਼ਾ ਉਸਨੂੰ ਉਸਦੀਆਂ ਨਿੱਜ ਤੋਂ ਮੁਕਤ ਕਰਕੇ ਉੱਪਰ ਉਠਾ ਦਿੰਦੀ ਹੈ। ਛੋਟੇ ਤੋਂ ਵੱਡੇ ਹੋਣ ਦਾ ਇਹ ਸਹਿਜ ਸੁਭਾਅ ਯਤਨ ਹੈ। ਅਰਦਾਸ ਦੁਆਰਾ ਵੱਡੇ ਹੁੰਦਿਆਂ ਹੀ ਤਾਂ ਇਉਂ ਕਹੋ ਕਿ ਸਰਬੱਤ ਦੇ ਭਾਵ ਵਿੱਚ ਲੀਨ ਹੁੰਦਿਆਂ ਹੀ ਸਾਡੇ ਉਹ ਸਾਰੇ ਨੁਕਸ ਦੂਰ ਹੋ ਜਾਂਦੇ ਹਨ ਜੋ ਛੋਟੇ ਹੋਣ ਕਰਕੇ ਹਨ। ਸਾਡਾ ਨਿਕਾਰਾਪਨ, ਸਾਡਾ ਕਮੀਨਾਪਨ, ਸਾਡਾ ਛੁੱਟ ਦਿਲਾਪਨ, ਸਾਡਾ ਵੱਖਰਾਪਨ, ਇਹ ਸਭਨਾਂ ਤੋਂ ਇਸ ਤਰ੍ਹਾਂ ਖਹਿੜਾ ਯਾਨੀ ਕਿ ਪਿੱਛਾ ਛੁੱਟ ਜਾਂਦਾ ਹੈ ਤੇ ਮਨੁੱਖ ਇਉਂ ਇਹਨਾਂ ਤੋਂ ਉੱਪਰ ਹੋ ਜਾਂਦਾ ਹੈ ਜਿਸ ਤਰ੍ਹਾਂ ਉਸ ਦੇ ਵੱਡੇ ਹੁੰਦਿਆਂ ਹੀ ਪੁਰਾਣੇ ਕੱਪੜੇ ਛੋਟੇ ਹੋ ਗਏ ਸਨ। ਇਸ ਦਾ ਨਾਮ ਚੜ੍ਹਦੀ ਕਲਾ ਹੈ ਜੋ ਸਰਬੱਤ ਦੇ ਭਲੇ ਦੀ ਭਾਵ ਲੀਨਤਾ ਤੋਂ ਤਤਖਿਣ ਪ੍ਰਾਪਤ ਹੁੰਦੀ ਹੈ। ਮਾਇਆ ਤੇ ਪਾਪ ਲੀੜਾ ਯਾਨੀ ਕੱਪੜਾ ਤਾਂ ਛੋਟਾ ਰਹਿ ਜਾਣਾ ਤੇ ਮਨੁੱਖ ਦਾ ਇੱਕ ਸਰਬੱਤ ਪੁਰਖ ਹੋ ਕੇ ਨਿਸ਼ਪਾਪ ਉੱਚਾ ਉੱਠ ਜਾਣ ਦਾ ਨਾਮ ਚੜ੍ਹਦੀ ਕਲਾ ਹੈ। ਇਸ ਅਵਸਥਾ ਦੀ ਪੂਰਨਤਾ ਹੀ ਸਿੱਖ ਅਰਦਾਸ ਦੀ ਕਰਾਮਾਤ ਹੈ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਅਸੀਂ ਆਪਣੇ ਨਿੱਜ ਤੋਂ ਮੁਕਤ ਹੋ ਕੇ ਸਰਬੱਤ ਦਾ ਭਾਵ ਸਭ ਦਾ ਭਲਾ ਮੰਗਦੇ ਹਾਂ ਤੇ ਸਾਡੇ ਵਿੱਚ ਜਿਹੜੀਆਂ ਕਮੀਆਂ ਹੁੰਦੀਆਂ ਹਨ, ਸਾਡਾ ਕਮੀਨਾਪਨ, ਜੋ ਅਸੀਂ ਕਿਸੇ ਨਾਲ ਗਲਤ ਵਿਵਹਾਰ ਕਰਦੇ ਹਾਂ, ਉਹ ਹੌਲੀ ਹੌਲੀ ਛੁੱਟ ਜਾਂਦੇ ਨੇ। ਸਾਡੀ ਸੁਗਾਤ ਸੌਖ ਲਈ ਸ਼੍ਰੀਮਾਨ ਭਾਈ ਸਾਹਿਬ ਵੀਰ ਸਿੰਘ ਜੀ ਨੇ ਅਰਦਾਸ ਦੀ ਜ਼ਰੂਰਤ ਲਈ ਕਿਸ ਪ੍ਰਕਾਰ ਦਾ ਅਲੰਕਾਰ ਪਹਿਲੇ ਟਰੈਕਟ ਵਿੱਚ ਬੱਧਾ ਹੈ ਜੋ ਸਨ 1893 ਦੇ ਕਰੀਬ ਉਹਨਾਂ ਲਿਖਿਆ। ਆਪ ਜੀ ਦੀ ਭੇਟ ਕਰਦੇ ਹਾਂ ਜੋ ਲੋਕ ਆਪ ਨੂੰ ਇੱਕ ਸ਼ੰਕਾ ਪਾ ਦਿੰਦੇ ਹਨ ਕਿ ਪ੍ਰਾਰਥਨਾ ਕਰਨੀ ਵਿਅਰਥ ਹੈ। ਇਸ ਪੜ੍ਹਦੇ ਪੜ੍ਹਨ ਤੋਂ ਇਸ ਦਾ ਉੱਤਰ ਆਪ ਨੂੰ ਇੱਕ ਅਤ ਸਿੱਖਿਆਦਾਇਕ ਪ੍ਰਸੰਗ ਦੁਆਰਾ ਸਾਖਿਆਤ ਹੋ ਜਾਏਗਾ। ਲਓ ਪੜ੍ਹੋ। ਤਾਂ ਤੂੰ ਠਾਕਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ, ਕਿ ਪਰਮਾਤਮਾ ਦੇ ਅੱਗੇ ਇਸ ਅਰਦਾਸ ਕੀਤੀ ਗਈ ਹੈ। ਪ੍ਰਾਰਥਨਾ ਵਿੱਚ ਪੂਰੀ ਇੱਕ ਮਨੋਹਰ ਵਾਰਤਾ ਹੈ। ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇਈ ਆਧਾਰੀ। ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਤੇ ਉਦਾਰਤਾ ਕੌਣ ਨਹੀਂ ਜਾਣਦਾ। ਪੰਜਾਬ ਵਰਗੇ ਫਸਾਦਾਂ ਨਾਲ ਭਰਪੂਰ ਦੇਸ਼ ਨੂੰ ਜਿੱਤਣਾ, ਜਿੱਥੇ ਚੱਪੇ ਚੱਪੇ ਅੱਡ ਰਾਜ ਸੀ ਤੇ ਹਰੇਕ ਆਪਣੇ ਆਪ ਨੂੰ 30 ਮਾਰਖਾਂ ਸਮਝਦਾ ਸੀ, ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਇਸ ਕਰਕੇ ਮਹਾਰਾਜਾ ਨੂੰ ਵੱਡੀਆਂ ਵੱਡੀਆਂ ਭੀੜਾਂ ਤੇ ਮੁਹਿੰਮਾਂ ਪੈਂਦੀਆਂ ਰਹੀਆਂ ਪਰ ਉਹ ਸ਼ੇਰ ਦਿਲ ਕਦੀ ਨਹੀਂ ਘਾਬਰਿਆ ਮਤਲਬ ਘਬਰਾਇਆ। ਔਂਕੜ ਵੇਲੇ, ਇੱਥੇ ਗੱਲ ਹੋ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ, ਔਂਕੜ ਵੇਲੇ ਅਕਾਲ ਪੁਰਖ ਅੱਗੇ ਪ੍ਰਾਰਥਨਾ ਕਰਨੀ ਤੇ ਕਾਰਜ ਸਿੱਧ ਲੈ ਲੈਣੇ। ਇੱਕ ਵਾਰੀ ਇੱਕ ਵੱਡਾ ਸਰਦਾਰ ਜੋ ਪਹਿਲੇ ਧਾੜਵੀ ਸੀ ਮਤਲਬ ਜੋ ਉਹ ਹੱਲਾ ਬੋਲਦਾ ਸੀ, ਉਹ ਹਮਲਾ ਕਰਨ ਵਾਲਾ ਸੀ, ਆਕੀ ਹੋ ਗਿਆ। ਇਸ ਨੂੰ ਮਹਾਰਾਜ ਨੇ ਵੱਡੇ ਔਖ ਨਾਲ ਜਿੱਤਿਆ ਅਤੇ ਉਸ ਨੂੰ ਰੋਹਤਾਸ ਦੇ ਕਿਲੇ ਵਿੱਚ ਕੈਦ ਕਰ ਦਿੱਤਾ। ਕੈਦ ਵਿੱਚ ਇਹ ਸਰਦਾਰ ਸਦੀਵ ਪਰਮੇਸ਼ਰ ਤੇ ਮਨੁੱਖਾਂ ਨੂੰ ਗਾਲਾਂ ਦਿੰਦਾ ਤੇ ਜੋ ਮੂੰਹ ਪਰ ਆਉਂਦੀ ਬਕਦਾ ਰਹਿੰਦਾ। ਮਤਲਬ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਹਰਾਇਆ ਸੀ ਤੇ ਉਸ ਨੂੰ ਕੈਦ ਕਰ ਲਿਆ ਸੀ, ਉਹ ਚੱਜ ਨਾਲ ਨਹੀਂ ਸੀ ਬੋਲਦਾ, ਉਹ ਸਾਰਿਆਂ ਨੂੰ ਗਾਲਾਂ ਦਿੰਦਾ ਰਹਿੰਦਾ ਸੀ, ਗਲਤ ਬੋਲਦਾ ਰਹਿੰਦਾ ਸੀ। ਕਰਤਾਰ ਪਰ ਵਿਸ਼ਵਾਸ ਰੱਖਣਾ ਸਰਵ ਸੁੱਖਾਂ ਦੀ ਖਾਨ ਹੈ, ਪਰ ਇਹ ਮਹਾ ਉੱਤਮ ਪਦਾਰਥ ਵੀ ਇਸ ਅਪਰਾਧੀ ਦੇ ਹਿਰਦੇ ਵਿੱਚੋਂ ਉੱਡ ਕੇ ਉਸ ਨੂੰ ਇੱਕ ਅਜਿਹੀ ਅੱਗ ਵਿੱਚ ਸਿੱਟ ਗਿਆ ਕਿ ਜਿਸ ਵਿੱਚ ਆਦਮੀ ਮਰਦਾ ਤਾਂ ਨਹੀਂ ਪਰ ਸਦੀਵ ਸੜਦਾ ਰਹਿੰਦਾ ਹੈ। ਕੈਦਖਾਨੇ ਦੀਆਂ ਡਰਾਉਣੀਆਂ ਕੰਧਾਂ ਇਸ ਨੂੰ ਖਾਣ ਨੂੰ ਪੈਂਦੀਆਂ ਤੇ ਹਨੇਰੇ ਵਿੱਚ ਅਨੇਕ ਪ੍ਰਕਾਰ ਦੇ ਭੈ ਇਸ ਦੀਆਂ ਅੱਖਾਂ ਅੱਗੇ ਆ ਕੇ ਇਸ ਦੇ ਦੁੱਖਾਂ ਨੂੰ ਦੂਣਾ ਯਾਨੀ ਕਿ ਦੁੱਗਣਾ। ਜਦੋਂ ਕੋਈ ਸਰਕਾਰੀ ਨੌਕਰ ਇਸ ਨੂੰ ਅੰਨ ਪਾਣੀ ਦੇਣ ਆਉਂਦਾ ਤਾਂ ਇਹ ਮਹਾਰਾਜ ਸਾਹਿਬ ਨੂੰ ਹਜ਼ਾਰ ਗਾਲ ਇੱਕੋ ਸਾਹੇ ਸੁਣਾਉਂਦਾ। ਇੱਕ ਦਿਨ ਇਹ ਦੁਖੀ ਸਮਾਂ ਕੱਟਣ ਲਈ ਆਪਣੀਆਂ ਕੁਟੀਆ ਦੇ ਜਾਲੇ ਫਰੋਲ ਰਿਹਾ ਸੀ। ਅਚਾਨਕ ਇੱਕ ਪੁਰਾਣੀ ਪੋਥੀ ਹੱਥ ਲੱਗੀ, ਉਸ ਨੂੰ ਲੈ ਕੇ ਪੜ੍ਹਨ ਬੈਠ ਗਿਆ। ਵੇਲਿਆਂ ਯਾਨੀ ਕਿ ਫਰੀ ਹੋਣਾ, ਖਾਲੀ ਹੋਣ ਕਰਕੇ ਇਸ ਦਾ ਦਿਲ ਪੋਥੀ ਵਿੱਚ ਖੁੱਬਦਾ ਮਤਲਬ ਉਸमें उसका मन लगने लगा पढ़ने में। ਛੇਕੜ ਇੱਕ ਤੁਕ ਪਰ ਪਹੁੰਚਾ ਤੇ ਛੇਕੜ ਮਤਲਬ ਅਖੀਰ ਨੂੰ ਇੱਕ ਕਿਸਨੇ ਤੁਕ ਪੜੀ। ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇਈ ਆਧਾਰ, ਕਿ ਉਹ ਪੜ੍ਹਦਾ ਹੈ ਕਿ ਪਰਮਾਤਮਾ ਸਭ ਨੂੰ ਬਖਸ਼ਦਾ ਹੈ ਤੇ ਸਭ ਤੇ ਆਪਣੀ ਮਿਹਰ ਕਰਦਾ ਹੈ, ਸਭਨਾਂ ਨੂੰ ਉਹ ਆਧਾਰ ਦਿੰਦਾ ਹੈ, ਸਭਨਾਂ ਨੂੰ ਮਤਲਬ ਘਰ-ਬਾਰ ਦਿੰਦਾ ਹੈ, ਰਹਿਣ ਨੂੰ ਥਾਂ ਦਿੰਦਾ ਹੈ। ਇਸ ਤੁਕ ਨੂੰ ਪੜ੍ਹ ਕੇ ਉਹ ਇੱਕ ਪ੍ਰਕਾਰ ਦੇ ਵਹਿਣ ਵਿੱਚ ਬਹਿ ਗਿਆ
ਕਿ ਪਰਮੇਸ਼ਰ, ਜਿਸ ਨੂੰ ਮੈਂ ਇੱਕ ਡਰਾਉਣਾ ਭੂਤ ਸਮਝਦਾ ਹਾਂ, ਐਡਾ ਕਿਰਪਾਲੂ ਹੈ ਕਿ ਸਦੀਵ ਬਖਸ਼ਦਾ ਤੇ ਦਇਆ ਕਰਦਾ ਹੈ ਅਤੇ ਪਾਪੀ ਪੁਨਾਤਮਾ ਸਭ ਨੂੰ ਆਸਰਾ ਦਿੰਦਾ ਹੈ। ਕਿ ਉਸ ਕਿਰਪਾ ਸਾਗਰ ਦੀ ਮਿਹਰ ਦੀ ਛਾਂ ਹੇਠ ਮੈਂ ਨਹੀਂ ਆ ਸਕਦਾ? ਆਪ ਜਾਣਦੇ ਹੋ, ਜਦ ਆਦਮੀ ਦੁਨੀਆ ਦੇ ਹੱਥੋਂ ਸੱਤ ਜਾਂਦਾ ਹੈ ਤਾਂ ਉਸ ਦਾ ਮਨ ਸੱਚਾਈ ਤੇ ਪ੍ਰਵਾਨ ਕਰਨ ਨੂੰ ਸੁੱਤੇ ਹੀ ਤਿਆਰ ਹੋ ਜਾਂਦਾ ਹੈ। ਇਸ ਤੁਕ ਦੇ ਪਵਿੱਤਰ ਭਾਵ ਨੇ ਇਸ ਡੁੱਬਦੇ ਪੁਰਖ ਨੂੰ ਸਹਾਰਾ ਦਿੱਤਾ। ਇੱਕ ਰਾਤ ਮੀਂਹ, ਹਨੇਰੀ ਤੇ ਵਰਖਾ ਨੇ ਉਹ ਤਰਥਲੀ ਮਚਾਈ ਕਿ ਕੈਦੀ ਨੂੰ ਨੀਂਦ ਨਾ ਆਈ, ਅਰ ਇਹ ਸੋਚ ਕੇ ਸਾਰੀ ਰਾਤ ਬੀਤ ਗਈ ਕਿ ਮੈਂ ਪਾਪੀ ਹਾਂ ਤੇ ਪਰਮਾਤਮਾ ਸਭ ਨੂੰ ਸਹਾਰਾ ਦਿੰਦਾ ਹੈ, ਕਿ ਮੈਨੂੰ ਵੀ ਪਰਮੇਸ਼ਰ ਬਖਸ਼ੇਗਾ, ਕਿ ਮੇਰੇ ਪਾਪ ਵੀ ਖਿਮਾ ਹੋ ਸਕਦੇ ਹਨ। ਖਿਮਾ ਯਾਨੀ क्षमा, ਮਾਫ। ਇਨ੍ਹਾਂ ਸੋਚਾਂ ਦਾ ਫਲ ਇਹ ਹੋਇਆ ਕਿ ਇਸ ਪਾਪੀ ਦੇ ਦਿਲ ਵਿੱਚ ਸੱਚਾ ਪਛਤਾਵਾ ਆਇਆ ਤੇ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗਾ, ਹੇ ਅਕਾਲ ਪੁਰਖ, ਮੈਂ ਆਪਣੀ ਜਵਾਨੀ ਯਾਨੀ ਕਿ ਉਸਦੇ ਜਵਾਨੀ ਦੇ ਦਿਨਾਂ ਵਿੱਚ ਕਈ ਆਦਮੀ ਬੇਦੋਸ਼ੇ ਮਾਰੇ ਹਨ ਕਿ ਬਿਨਾਂ ਕਿਸੇ ਦੋਸ਼ ਕੇ, ਤੇ ਸੈਂਕੜੇ ਇਸਤਰੀਆਂ ਵਿਧਵਾ ਤੇ ਅਣਗਿਣਤ ਬਾਲ ਅਨਾਥ ਕੀਤੇ। ਤੇਰੀ ਸ੍ਰਿਸ਼ਟੀ ਨੂੰ ਦੁੱਖ ਦਿੱਤਾ ਤੇ ਛੇਕੜ ਪਾਤਸ਼ਾਹ ਦਾ, ਜਿਸ ਨੇ ਮੈਨੂੰ ਧਾੜਵੀ ਤੋਂ ਸਰਦਾਰ ਬਣਾਇਆ ਸੀ, ਦੁਸ਼ਮਣ ਹੋ ਗਿਆ। ਹੇ ਪਿਤਾ, ਮੈਥੋਂ ਵੱਧ ਕੇ ਪਾਪੀ ਕੋਈ ਨਹੀਂ। ਮੈਂ ਕੁੰਭੀ ਨਰਕ ਦੇ ਯੋਗ ਹਾਂ। ਕੁੰਭੀ ਨਰਕ ਭਾਵ ਨਰਕ ਜਾਣ ਦੇ ਯੋਗ ਹਾਂ, ਪਰ ਆਪ ਬਖਸ਼ਿੰਦ ਹੋ, ਮੈਨੂੰ ਵੀ ਬਖਸ਼ੋ। ਇਸ ਪ੍ਰਕਾਰ ਢੇਰ ਚਿਰ ਪ੍ਰਾਰਥਨਾ ਕਰਦਾ ਰਿਹਾ। ਕੁਝ ਦਿਨ ਹੋਏ, ਫਿਰ ਉਹ ਪੋਥੀ ਪੜ੍ਹਨ ਲੱਗਾ ਤਾਂ ਇਹ ਸ਼ਬਦ ਪੜ੍ਹਿਆ, ਜਾਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਖ ਵੀ ਭਾਜ ਖਲੇ, ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ, ਲਗੇ ਨਾ ਤਤੀ ਵਾਓ। ਤਾਂ ਉਹ ਪੜ੍ਹਦਾ ਹੈ, ਇਸ ਦੇ ਵਿੱਚ ਉਸਨੂੰ ਇਹ ਸਮਝ ਆਉਂਦਾ ਹੈ ਕਿ ਜਦੋਂ ਕਿਸੇ 'ਤੇ ਮੁਸ਼ਕਲ ਸਮਾਂ ਆਉਂਦਾ ਹੈ ਤਾਂ ਸਾਰੇ ਸਾਥ ਸੰਬੰਧੀ ਭੱਜ ਜਾਂਦੇ ਹਨ। ਸਿਰਫ ਉਸ ਦਾ ਸਾਥ, ਇੱਕ ਜੋ ਉਸਨੂੰ ਆਸਰਾ ਦਿੰਦਾ ਹੈ, ਉਹ ਇੱਕ ਪਰਮਾਤਮਾ ਹੁੰਦਾ ਹੈ ਜੋ ਉਸਨੂੰ ਸਾਰੇ ਦੁੱਖਾਂ ਤੋਂ ਦੂਰ ਕਰਦਾ ਹੈ। ਇਹ ਸਾਰਾ ਸ਼ਬਦ ਪੜ੍ਹ ਕੇ ਕੈਦੀ ਨੂੰ ਬੜਾ ਆਨੰਦ ਪ੍ਰਾਪਤ ਹੋਇਆ ਤੇ ਆਪਣੇ ਆਪ ਵਿੱਚ ਕਹਿਣ ਲੱਗਾ ਕਿ ਅੱਗੇ ਮੈਂ ਆਪਣੇ ਆਪ ਨੂੰ ਅਤ ਦੁਖੀ ਸਮਝਦਾ ਸਾਂ, ਪਰ ਹੁਣ ਮੈਂ ਆਨੰਦਿਤ ਹਾਂ। ਮੇਰੇ ਸਭ ਸੰਕਟ ਨਿਵ੍ਰਿਤ ਹੋ ਗਏ, ਜਿਸ ਦਾ ਕਾਰਨ ਈਸ਼ਵਰ ਪਰ ਭਰੋਸਾ ਤੇ ਉਸ ਦੀ ਬੇਅੰਤ ਦਇਆ ਹੈ। ਮੇਰਾ ਦਿਲ ਜੋ ਸਮੁੰਦਰ ਦੀਆਂ ਲਹਿਰਾਂ ਵਾਂਗ ਡੋਲ ਰਿਹਾ ਸੀ, ਹੁਣ ਸ਼ਾਂਤ ਹੈ, ਕਿਉਂਕਿ ਪਹਿਲਾਂ ਉਸ ਦਾ ਮਨ ਅਸ਼ਾਂਤ ਸੀ। ਉਸਨੂੰ ਐਂ ਲੱਗਦਾ ਸੀ ਕਿ ਮੈਂ ਬਹੁਤ ਸਾਰੇ ਪਾਪ ਕੀਤੇ ਹਨ, ਪਰ ਜਦੋਂ ਉਸ ਪੋਥੀ ਨੂੰ ਪੜ੍ਹਦਾ ਹੈ ਤਾਂ ਉਸ ਦੇ ਵਿੱਚ ਉਸ ਦਾ ਪਰਮਾਤਮਾ ਵਿੱਚ ਵਿਸ਼ਵਾਸ ਬਣ ਜਾਂਦਾ ਹੈ ਤੇ ਉਸ ਦਾ ਜਿਹੜਾ ਅਸ਼ਾਂਤ ਮਨ ਹੁੰਦਾ ਹੈ ਉਹ ਸ਼ਾਂਤ ਹੋ ਜਾਂਦਾ ਹੈ। ਇਸ ਪ੍ਰਕਾਰ ਕਰਤਾਰਪੁਰ ਭਰੋਸਾ ਕਰਕੇ ਸੱਚੇ ਪਛਤਾਵੇ ਤੇ ਉਪਾਸਨਾ ਤੋਂ ਇਹ ਅਪਰਾਧੀ ਸੁਖੀ ਹੋ ਗਿਆ ਤੇ ਉਸ ਦੇ ਜਿਹੜੇ ਸਭ ਸੰਕਟ ਸਨ ਉਹ ਨਿਵ੍ਰਿਤ ਹੋ ਗਏ, ਮਤਲਬ ਉਹ ਦੂਰ ਹੋ ਗਏ। ਦਿਨੋਂ ਦਿਨ ਪਾਠ ਵਿੱਚ ਵੱਧ ਤੋਂ ਵੱਧ ਪ੍ਰੇਮੀ ਹੁੰਦਾ ਗਿਆ ਔਰ ਇੱਕ ਦਿਨ ਗ੍ਰੰਥੀ ਨੂੰ ਸਦਵਾ ਕੇ ਮਤਲਬ ਬੁਲਾ ਕੇ ਉਸ ਤੋਂ ਕਈ ਸ਼ਬਦਾਂ ਦੇ ਅਰਥ ਸਮਝਦਾ। ਇਹਨਾਂ ਗੱਲਾਂ ਦਾ ਫਲ ਇਹ ਹੋਇਆ ਕਿ ਕੈਦੀ ਦਾ ਵਰਤੋਂ ਵਰਤਾਵਾ ਮਤਲਬ ਉਸਦਾ ਵਿਵਹਾਰ, ਉਸका ਸੁਭਾਅ, ਉਸका ਬੋਲ ਵਰਤਾਵ ਹੋਰ ਦਾ ਹੋਰ ਹੋ ਗਿਆ। ਹਰੇਕ ਨਾਲ ਮਿੱਠਾ ਬੋਲੇ। ਪਹਿਲਾਂ ਉਹ ਸਾਰਿਆਂ ਨੂੰ ਬਹੁਤ ਗਲਤ ਬੋਲਦਾ ਸੀ, ਗਾਲਾਂ ਕੱਢਦਾ ਸੀ, ਫਿਰ ਉਹਨਾਂ ਨਾਲ ਮਿੱਠਾ ਬੋਲਣ ਲੱਗਿਆ, ਨਿਮਰਤਾ ਨਾਲ ਬੋਲਣ ਲੱਗਿਆ। ਸਾਰੇ ਲੋਕ ਹੈਰਾਨ ਸਨ ਕਿ ਇਹ ਅਚਰਜ ਖੇਡ ਕੀ ਵਰਤ ਗਈ ਕਿ ਇਸ ਦਾ ਸੁਭਾਅ ਅਜਿਹਾ ਬਟੀਜ ਗਿਆ, ਕਿ ਮਤਲਬ ਅਜਿਹਾ ਕੀ ਹੋਇਆ ਕਿ ਇਸ ਦਾ ਜਿਹੜਾ ਸੁਭਾਅ ਸੀ ਉਹ ਬਦਲ ਗਿਆ। ਇਸ ਤੋਂ ਕੁਝ ਦਿਨ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਰੋਹਤਾਸ ਆ ਡੇਰੇ ਲਾਏ। ਉਸ ਰਾਤ ਆਪ ਢਿੱਲੇ ਹੋ ਗਏ, ਮਤਲਬ ਮਹਾਰਾਜ ਰਣਜੀਤ ਸਿੰਘ ਢਿੱਲੇ ਹੋ ਗਏ, ਮਤਲਬ ਉਹਨਾਂ ਦੀ ਜਿਹੜੀ ਤਬੀਅਤ ਸੀ ਉਹ ਖਰਾਬ ਹੋ ਗਈ। ਦਵਾਵਾਂ ਦਰਮਲਾਂ ਸਭ ਅਸਫਲ ਗਈਆਂ, ਮਤਲਬ ਕਿਸੇ ਵੀ ਦਵਾਈ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਜਦ ਅੱਧੀ ਰਾਤ ਤੱਕ ਨੀਂਦ ਨਾ ਆਈ ਤਾਂ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਹੇ ਕਰਤਾਰ, ਮੈਨੂੰ ਨੀਂਦ ਬਖਸ਼ੋ। ਝੱਟ ਅੱਖ ਲੱਗ ਗਈ ਤੇ ਸਵੇਰੇ ਰਾਜੀ ਖੁਸ਼ੀ ਉੱਠੇ। ਵਜ਼ੀਰ ਧਿਆਨ ਸਿੰਘ ਸਦਾ ਕੇ ਬੋਲੇ, ਰਾਜਾ ਜੀ, ਵਾਹਿਗੁਰੂ ਨੇ ਮੇਰੀ ਬੇਨਤੀ ਸੁਣੀ ਤੇ ਮੈਨੂੰ ਆਰਾਮ ਬਖਸ਼ਿਆ। ਮੈਂ ਅੱਜ ਉਸ ਸਿਰਜਣਹਾਰ ਦੇ ਧੰਨਵਾਦ ਵਿੱਚ ਚਾਹੁੰਦਾ ਹਾਂ ਕਿ ਇੱਕ ਭਾਰੀ ਕੈਦੀ ਨੂੰ ਛੁਟਕਾਰਾ ਦਿਆਂ। ਰਾਜਾ ਬੋਲਿਆ, ਸੱਚੇ ਪਾਤਸ਼ਾਹ, ਇਸ ਕਿਲੇ ਵਿੱਚ ਇੱਕ ਧਾੜਵੀ ਸਰਦਾਰ ਕੈਦ ਹੈ। ਉਸ ਦੀ ਕੈਦ ਵੀ ਕਰੜੀ ਹੈ ਤੇ ਆਪ ਦੀ ਮਿਹਰ ਦੇ ਯੋਗ ਇਸ ਵੇਲੇ ਉਹ ਹੀ ਹੈ। ਮਹਾਰਾਜ ਦਾ ਹੁਕਮ ਹੋ ਗਿਆ। ਝੱਟ ਕੈਦੀ ਨੂੰ ਛੁਟਕਾਰੇ ਦੀ ਖੁਸ਼ਖਬਰੀ ਸੁਣਾਈ ਗਈ ਔਰ ਮਹਾਰਾਜੇ ਦੇ ਪੇਸ਼ ਕੀਤਾ ਗਿਆ। ਆਪ ਨੇ ਹੱਸ ਕੇ ਪੁੱਛਿਆ, ਕਿਉਂ ਭਈ, ਅਜੇ ਸਿੱਧਾ ਹੋਇਆ ਕਿ ਨਹੀਂ? ਇਸ ਦੇ ਉੱਤਰ ਵਿੱਚ ਉਸ ਨੇ ਕੈਦਖਾਨੇ ਦਾ ਸਾਰਾ ਸਮਾਚਾਰ ਸੁਣਾ ਕੇ, ਮਹਾਰਾਜ, ਆਪ ਦੀ ਕਿਰਪਾ ਨਾਲ ਮੈਂ
ਧਾੜਵੀ ਤੋਂ ਸਰਦਾਰ ਬਣਿਆ ਤੇ ਆਪ ਦੀ ਹੀ ਕੈਦ ਵਿੱਚ ਆਪਣੇ ਸੱਚੇ ਪਿਤਾ ਪਰਮੇਸ਼ਰ ਦੇ ਪ੍ਰੇਮ ਤੋਂ ਜਾਣੂ ਹੋਇਆ। ਇਹ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਨੂੰ ਉਹ ਦੱਸ ਰਿਹਾ ਸੀ ਜਿਹੜਾ ਉੱਥੇ ਕੈਦ ਸੀ। ਹੁਣ ਮੈਨੂੰ ਸੱਚੀ ਖੁਸ਼ੀ ਪ੍ਰਾਪਤ ਹੋਈ ਹੈ। ਮੇਰਾ ਮਨ ਵਾਹਿਗੁਰੂ ਦੇ ਪ੍ਰੇਮ ਵਿੱਚ ਮਗਨ ਹੈ। ਇਸ ਕੈਦ ਤੋਂ ਹੀ ਉਸ ਦੀ ਬੇਅੰਤ ਦਇਆ ਨਾਲ ਖਲਾਸੀ ਹੋਈ ਤੇ ਅੰਤ ਨੂੰ ਹੀ ਮਹਾਭੋਜਲ ਤੇ ਉਸਨੇ ਛੁਟਕਾਰਾ ਬਖਸ਼ਣਾ ਹੈ। ਮਹਾਰਾਜਾ ਇਸ ਦੀ ਇਹ ਗੱਲਾਂ ਸੁਣ ਕੇ ਬੜਾ ਪ੍ਰਸੰਨ ਹੋਇਆ ਤੇ ਉਸਨੂੰ ਫੇਰ ਸਰਦਾਰੀ ਦੇਣ ਲੱਗਾ, ਪਰ ਉਸਨੇ ਨੱਕ ਨਾ ਧਰਿਆ, ਭਾਵ ਉਸਨੇ ਸਰਦਾਰੀ ਲੈਣੀ ਪ੍ਰਵਾਨ ਨਾ ਕੀਤੀ। ਪਿਆਰੇ ਪਾਠਕੋ, ਰੱਤਾ ਸੋਚੋ ਕਿ ਪਰਮੇਸ਼ਰਪੁਰ ਨਿਸ਼ਚਾ ਕਰਨਾ ਤੇ ਉਸ ਦੀ ਸੇਵਾ ਵਿੱਚ ਪ੍ਰਾਰਥਨਾ ਕਰਨੀ ਮਨ ਨੂੰ ਕਿੱਡੇ ਸ਼ਾਂਤੀਦਾਇਕ ਹਨ। ਦੁੱਖ, ਸੰਕਟ, ਕਸ਼ਟ ਕੁਝ ਵੀ ਦੁਖਦਾਈ ਨਹੀਂ ਭਾਸਦੇ। ਕਦੀ ਕਿਸੇ ਮਨਮਤੀਏ ਦੀ ਇਸ ਗੱਲ ਪਰ ਦਾ ਪਤੀਤਾ ਕਰੋ ਕਿ ਪ੍ਰਾਰਥਨਾ ਕਰਨੀ ਵਿਅਰਥ ਹੈ। ਸਦਾ ਇਸ ਗੱਲ ਨੂੰ ਚੇਤੇ ਰੱਖੋ ਕਿ ਰੱਬ ਸਾਡਾ ਦਿਆਲੂ ਪਿਤਾ ਹੈ, ਅਸੀਂ ਭੁੱਲਣਹਾਰ ਪੁੱਤਰ ਹਾਂ। ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜੀ ਪਿਤਾ ਗਲ ਲਾਵੇ। ਕਿ ਜਦੋਂ ਵੀ ਬੱਚੇ ਕਿੰਨੇ ਵੀ ਅਪਰਾਧ ਕਰਦੇ ਹਨ ਤਾਂ ਉਸ ਨੂੰ ਜਿਹੜਾ ਉਸ ਦਾ ਪਿਤਾ ਰੂਪੀ ਪਰਮਾਤਮਾ ਹੁੰਦਾ ਹੈ, ਉਹਨਾਂ ਨੂੰ ਉਪਦੇਸ਼ ਦਿੰਦਾ ਹੈ, ਉਹਨਾਂ ਨੂੰ ਸਮਝਾਉਂਦਾ ਹੈ ਤੇ ਫਿਰ ਆਪਣੇ ਗਲ ਨਾਲ ਲਾਉਂਦਾ ਹੈ। ਪਰਮੇਸ਼ਰ ਸਾਡੇ ਨਾਲ ਪਿਆਰ ਕਰਦਾ ਹੈ ਔਰ ਉਸ ਨੂੰ ਪ੍ਰਾਪਤ ਕਰਨ ਦੀ ਕੁੰਜੀ ਵੀ ਉਸ ਨਾਲ ਪ੍ਰੇਮ ਕਰਨਾ ਹੈ। ਦਸ਼ਮ ਗੁਰੂ ਜੀ ਦਾ ਇੱਕ ਵਾਕ ਹੈ, ਸਾਚ ਕਹੋ ਸੁਨ ਲੈ ਸਭੇ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਕਿ ਉਹ ਕਹਿੰਦੇ ਹਨ ਕਿ ਇਹ ਸੱਚ ਹੈ ਕਿ ਇਹ ਸਾਰੇ ਜਣੇ ਸੁਣ ਲਵੋ ਕਿ ਜਿਹੜੇ ਪ੍ਰੇਮ ਕਰਦੇ ਹਨ ਤਾਂ ਉਹ ਹੀ ਪਰਮਾਤਮਾ ਨੂੰ ਪਾ ਸਕਦੇ ਹਨ। ਇਹ ਦੁਨੀਆ ਥੋੜ੍ਹੇ ਦਿਨ ਹੈ, ਅੰਤ ਨੂੰ ਪਰਮੇਸ਼ਰ ਦੀ ਦਰਗਾਹੇ ਚੱਲਣਾ ਹੈ। ਜਿਸ ਭਲੇ ਬੁਰੇ ਕੰਮਾਂ ਦਾ ਨਿਸਤਾਰਾ ਹੋਣਾ ਹੈ ਤਾਂ ਸਦਾ ਹੀ ਖੁਸ਼ੀ ਜਾਂ 84 ਲੱਖ ਜੂਨਾਂ ਦਾ ਨਰਕ। ਤਾਂ ਜੇ ਭਲਾ ਇਹ ਕਿ ਉਸ ਪਾਪੀ ਵਾਂਗੂ ਇਸੇ ਜਗਤ ਵਿੱਚ ਪਿਤਾ ਤੋਂ ਪਾਪ ਬਖਸ਼ਾ ਕੇ ਕੁਝ ਭਜਨ ਰੂਪੀ ਖੇਪ ਲੱਦ ਲਓ। ਜਗਤ ਦਾ ਵਿਹਾਰ ਸ਼ੁੱਧ ਰੱਖੋ ਤੇ ਮਨ ਕਰਤਾਰ ਵੱਲ ਰੱਖੋ ਔਰ ਸਦੀਵ ਪ੍ਰਾਰਥਨਾ ਕਰੋ। ਤਾਂ ਇਸ ਲੇਖ ਦੇ ਵਿੱਚ ਸਾਨੂੰ ਪ੍ਰਾਰਥਨਾ ਬਾਰੇ ਦੱਸਿਆ ਗਿਆ ਹੈ ਕਿ ਸਾਨੂੰ ਹਮੇਸ਼ਾ ਪ੍ਰਾਰਥਨਾ ਕਰਦੀ ਰਹਿਣੀ ਚਾਹੀਦੀ ਹੈ। ਸਾਨੂੰ ਗਲਤ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ, ਸਾਨੂੰ ਕਿਸੇ ਦਾ ਬੁਰਾ ਨਹੀਂ ਤੱਕਣਾ ਚਾਹੀਦਾ, ਕਿਸੇ ਨੂੰ ਮੰਦੇ ਬੋਲ ਨਹੀਂ ਬੋਲਣੇ ਚਾਹੀਦੇ ਤੇ ਪਰਮਾਤਮਾ 'ਤੇ ਭਰੋਸਾ ਰੱਖ ਕੇ ਉਹਨਾਂ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੋ ਸਦਾ ਪ੍ਰਵਾਨ ਹੁੰਦੀ ਹੈ। ਹੁਣ ਇਸ ਦੇ ਸ਼ਬਦਾਂ ਦੇ ਅਰਥ ਵੇਖਦੇ ਹਾਂ। ਰਾਠ ਰਾਜਾ ਸਰਦਾਰ, ਕਾਇਲ ਯਕੀਨ ਕਰਨਾ, ਅਹਿਮੀਅਤ ਮਹੱਤਤਾ, ਟਰੈਕਟ ਪੈਂਫਲੇਟ ਛੋਟੀ ਜਿਹੀ ਕਿਤਾਬ, ਜਾਚਨਾ ਪ੍ਰਾਰਥਨਾ, ਤਤਖਿਣ ਉਸ ਸਮੇਂ ਤੁਰੰਤ, ਮਾਇਆ ਪਦਾਰਥਕ ਸੰਸਾਰ, ਸਾਖਿਆਤ ਸਾਹਮਣੇ, ਪ੍ਰਤੱਖ, 30 ਮਾਰਖਾਂ, ਨਾਡੂ ਖਾਂ, ਆਕੜਖੋਰ, ਨਿਵਰਤ ਮੁਕਤ, ਨਿਸਤਾਰਾ ਛੁਟਕਾਰਾ, ਖੇਪ ਇੱਕ ਵਾਰ ਲੱਦਿਆ ਜਾਣ ਵਾਲਾ ਭਾਰ। ਤਾਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਪਹਿਲਾ ਪ੍ਰਸ਼ਨ ਹੈ, ਅਰਦਾਸ ਕਦੋਂ ਤੇ ਕਿਉਂ ਕੀਤੀ ਜਾਂਦੀ ਹੈ? ਜਨਮ ਵੇਲੇ, ਮਰਨ ਵੇਲੇ, ਵਿਆਹ ਵੇਲੇ ਅਤੇ ਜੰਗ ਵੇਲੇ ਅਰਦਾਸ ਹਰ ਸੰਸਾਰਕ ਮੌਕੇ ਉੱਪਰ ਕੀਤੀ ਜਾਂਦੀ ਹੈ। ਅਰਦਾਸ ਆਪਣੇ ਭਲੇ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਵੀ ਕੀਤੀ ਜਾਂਦੀ ਹੈ। ਪ੍ਰਸਿੱਧ ਲੇਖਕ ਔਸਕਰ ਵਾਈਲਡ ਦੇ ਅਰਦਾਸ ਬਾਰੇ ਕੀ ਵਿਚਾਰ ਸਨ? ਤਾਂ ਪ੍ਰਸਿੱਧ ਲੇਖਕ ਔਸਕਰ ਵਾਈਲਡ ਕਹਿੰਦੇ ਹਨ ਕਿ ਅਰਦਾਸ ਬਿਨਾਂ ਉੱਤਰ ਮਿਲੇ ਵੀ ਕਰਦੇ ਪ੍ਰਸਿੱਧ ਲੇਖਕ ਔਸਕਰ ਵਾਈਲਡ ਕਹਿੰਦੇ ਹਨ ਕਿ ਅਰਦਾਸ ਬਿਨਾਂ ਉੱਤਰ ਮਿਲੇ ਵੀ ਕਰਦੇ ਰਹਿਣੀ ਚਾਹੀਦੀ ਹੈ। ਉਹ ਕਹਿੰਦੇ ਹਨ ਕਿ ਜੇਕਰ ਅਰਦਾਸ ਦਾ ਉੱਤਰ ਮਿਲੇ ਤੇ ਉਹ ਅਰਦਾਸ ਨਹੀਂ ਰਹਿੰਦੀ, ਆਪਣੇ ਨਿੱਜ ਦੇ ਸਵਾਰਥ ਤੱਕ ਸੀਮਿਤ ਹੋ ਕੇ ਰਹਿ ਜਾਂਦੀ ਹੈ। ਫਿਰ ਅਗਲਾ ਪ੍ਰਸ਼ਨ ਹੈ, ਸਿੱਖ ਧਰਮ ਦੇ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ? ਸਿੱਖ ਧਰਮ ਵਿੱਚ ਅਰਦਾਸ ਦੀ ਇੱਕ ਖਾਸ ਅਹਿਮੀਅਤ ਹੈ। ਸਾਰੀਆਂ ਰੀਤਾਂ ਰਸਮਾਂ ਦੀ ਥਾਵੇਂ ਸਿੱਖ ਦੀ ਇੱਕ ਅਰਦਾਸ ਹੀ ਕਾਫੀ ਹੈ। ਸਾਰੇ ਪਰਮਾਰਥਕ ਸਾਧਨਾਂ ਦੀ ਜਗ੍ਹਾ ਇੱਕ ਅਰਦਾਸ ਹੀ ਲੋੜੀਂਦੀ ਵਸਤੂ ਹੈ। ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਹਾਰ ਵਿੱਚ ਕਿਹੋ ਜਿਹੀ ਤਬਦੀਲੀ ਆਈ? ਪ੍ਰਾਰਥਨਾ ਕਰਨ ਨਾਲ ਕੈਦੀ ਦਾ ਅਸ਼ਾਂਤ ਮਨ ਸ਼ਾਂਤ ਹੋ ਗਿਆ, ਉਸ ਦਾ ਵਰਤੋਂ ਵਰਤਾਰਾ ਹੀ ਬਦਲ ਗਿਆ, ਉਹ ਸਭ ਨਾਲ ਮਿੱਠਾ ਬੋਲਣ ਅਤੇ ਨਿਮਰਤਾ ਨਾਲ ਪੇਸ਼ ਆਉਣ ਲੱਗਾ। ਫਿਰ ਅਗਲਾ ਪ੍ਰਸ਼ਨ ਹੈ, ਮਹਾਰਾਜਾ ਰਣਜੀਤ ਸਿੰਘ ਨੇ ਕੈਦੀ ਦੀ ਸਜ਼ਾ ਮਾਫ਼ ਕਿਉਂ ਕਰ ਦਿੱਤੀ? ਇੱਕ ਰਾਤ ਮਹਾਰਾਜਾ ਰਣਜੀਤ ਸਿੰਘ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਅਤੇ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਸੀ। ਫਿਰ ਵਾਹਿਗੁਰੂ ਅੱਗੇ ਅਰਦਾਸ ਕਰਨ ਤੇ ਉਹਨਾਂ ਦੀ ਅੱਖ ਲੱਗ ਜਾਂਦੀ ਹੈ। ਅਗਲੀ ਸਵੇਰ ਉਹ ਵਾਹਿਗੁਰੂ ਦੇ ਸ਼ੁਕਰਾਨੇ ਹੈਤੂ ਇੱਕ ਧਾੜਵੀ ਕੈਦੀ ਨੂੰ ਰਿਹਾ ਕਰਨ ਦਾ ਫੈਸਲਾ ਲੈਂਦੇ ਹਨ। ਅਗਲਾ ਪ੍ਰਸ਼ਨ ਹੈ, ਕੈਦੀ ਨੇ ਆਪਣੀ ਰਿਹਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ?
ਕੈਦੀ ਕਹਿੰਦਾ ਹੈ ਕਿ ਹੁਣ ਮੈਨੂੰ ਸੱਚੀ ਖੁਸ਼ੀ ਪ੍ਰਾਪਤ ਹੋ ਗਈ ਹੈ। ਮੇਰਾ ਮਨ ਵਾਹਿਗੁਰੂ ਦੇ ਪ੍ਰੇਮ ਵਿੱਚ ਮਗਨ ਹੈ। ਮੇਰੇ ਵਿੱਚ ਦਇਆ ਦਾ ਵਾਸ ਹੋਇਆ ਹੈ ਅਤੇ ਮੈਂ ਧਾੜਵੀ ਤੋਂ ਸਰਦਾਰ ਬਣ ਗਿਆ ਹਾਂ। ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ? ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਨਿਮਰਤਾ ਨਾਲ ਵਿਚਰਨਾ ਚਾਹੀਦਾ ਹੈ। ਅਰਦਾਸ ਦੀ ਸ਼ਕਤੀ 'ਤੇ ਭਰੋਸਾ ਕਰਨਾ ਚਾਹੀਦਾ ਹੈ। ਤਾਂ ਬੱਚੋ, ਅੱਜ ਅਸੀਂ ਪ੍ਰਾਰਥਨਾ ਲੇਖ ਪੜ੍ਹਿਆ ਹੈ ਅਤੇ ਇਸ ਨੂੰ ਤੁਸੀਂ ਲੇਖ ਨੂੰ ਪੜ੍ਹਨਾ ਹੈ ਅਤੇ ਅਮਲ ਵਿੱਚ ਲਿਆਉਣਾ ਹੈ। ਫਿਰ ਇਸ ਦੇ ਪ੍ਰਸ਼ਨ ਉੱਤਰ ਕਰਨੇ ਹਨ।